महला पहला। ਭਾਗ 10। ਗੁਰੂ ਜੀ ਤਾਈਂ ਕੁਝ ਦਿਨ ਭਾਈ ਲਾਲੋ ਜੀ ਪਾਸ ਰਹਿੰਦਿਆਂ ਸਤਸੰਗ ਕਰਦਿਆਂ ਬੀਤ ਚੁੱਕੇ ਸਨ। ਇੱਕ ਦੂਜੇ ਦੇ ਖਿਆਲ ਮਿਲਦੇ ਸਨ। ਅਚਾਨਕ ਢੋਲ ਵੱਜਣ ਦੀ ਆਵਾਜ਼ ਕੰਨੀ ਪਈ। ਢੋਲ ਵਾਲਾ ਕੁਝ ਹੋਕਾ ਦੇ ਰਿਹਾ ਸੀ ਤੇ ਕਹਿ ਰਿਹਾ ਸੀ। ਪਹਿਲੇ ਦੂਰ ਦੀ ਆਵਾਜ਼ ਤੋਂ ਪਤਾ ਨਹੀਂ ਸੀ ਲੱਗਦਾ। ਹੌਲੀ ਹੌਲੀ ਨੇੜੇ ਆਇਆ ਤੇ ਕਹਿ ਰਿਹਾ ਸੀ, ਮਲਕ ਭਾਗੋ ਜੀ ਨੇ ਬ੍ਰਹਮ ਭੋਜ ਪਿਤਰਾਂ ਦੇ ਨਮਿਤ ਕਰਨਾ ਹੈ। ਹਰ ਇੱਕ ਘਰ ਪ੍ਰਤੀ ਅਨਾਜ ਮਲਕ ਦੇ ਘਰ ਪਹੁੰਚਾ ਦੇਵੋ। ਜਿਸ ਪਾਸ ਅਨਾਜ ਨਹੀਂ ਉਹ ਬਾਲਣ ਆਦਿ ਜਾਂ ਪੈਸੇ, ਜਿੰਨਾ ਕੁ ਅਨਾਜ ਦੀ ਰਸਦ ਮਿੱਥੀ ਗਈ ਹੈ ਉਹਨੇ ਪੈਸੇ ਪਹੁੰਚਾਏ ਜਾਣ। ਜਨਤਾ ਜਿਨ੍ਹਾਂ ਪਾਸ ਰਸਦ ਸੀ ਦੇ ਆਏ। ਜੇ ਕੋਈ ਗਰੀਬ ਸਮਰਥਾ ਨਹੀਂ ਸੀ ਰੱਖਦਾ ਉਹ ਕਿੱਥੋਂ ਦੇਵੇ? ਪਰੰਤੂ ਉੱਥੇ ਤਾਂ ਲਿਸਟ ਤਿਆਰ ਕੀਤੀ ਜਾਂਦੀ ਸੀ। ਜਿਸ ਦਾ ਨਾਮ ਲਿਸਟ ਵਿੱਚ ਨਹੀਂ ਸੀ ਲਿਖਿਆ ਹੁੰਦਾ ਉਸ ਦੇ ਘਰ ਅਹਿਲਕਾਰ ਭੇਜੇ ਜਾਂਦੇ। ਇਹ ਤਾਂ ਅਸੀਂ ਹੁਣ ਵੀ ਦੇਖਦੇ ਹਾਂ। ਕਿਸੇ ਗਰੀਬ ਤੋਂ ਟੈਕਸ ਆਦਿ ਨਹੀਂ ਦਿੱਤਾ ਜਾਂਦਾ ਤੇ ਪੁਲਿਸ ਵਾਲੇ ਕੀ ਕਰਦੇ ਹਨ? ਸਮਾਨ ਚੁੱਕ ਕੇ ਲੈ ਜਾਣਾ, ਤੋੜ ਫੋੜ ਕਰਨੀ। ਅੱਧਾ ਪਚੱਧਾ ਆਪਣੇ ਘਰ ਹੀ ਲੈ ਜਾਣ ਵਾਸਤੇ ਸਮਾਂ ਮਿਲ ਜਾਂਦਾ। ਭਾਵੇਂ ਕੋਈ ਚੋਰੀ ਕਰੇ ਜਾਂ ਠੱਗੀ, ਦੇਣਾ ਜ਼ਰੂਰ ਪੈਂਦਾ ਸੀ। ਅਜਿਹਾ ਹੀ ਹੋ ਰਿਹਾ ਸੀ। ਨਾਲ ਹੀ ਕੁਝ ਦਿਨਾਂ ਪਿੱਛੋਂ ਢੋਲ ਵਾਲਾ ਢੰਡੋਰਾ ਪਿੱਟ ਰਿਹਾ ਤੇ ਕਹਿ ਰਿਹਾ ਸੀ, ਮਲਕ ਸਾਹਿਬ ਦਾ ਹੁਕਮ ਹੈ, ਕੋਈ ਵੀ ਚੁੱਲ੍ਹੇ ਅੱਗ ਨਹੀਂ ਬਾਲੇਗਾ, ਸਭ ਹੀ ਬ੍ਰਹਮ ਭੋਜ ਆ ਕੇ ਛਕਣ। ਗੁਰੂ ਜੀ ਐਸੇ ਦਿਨ ਦੀ ਹੀ ਜਿਵੇਂ ਉਡੀਕ ਕਰ ਰਹੇ ਸਨ। ਰੋਜ਼ਾਨਾ ਦੀ ਤਰ੍ਹਾਂ ਗੁਰੂ ਜੀ ਤੇ ਭਾਈ ਲਾਲੋ ਬਾਹਰ ਅੰਦਰ ਆਪਣੇ ਖੇਤਾਂ ਵੱਲ ਚਲੇ ਜਾਂਦੇ। ਕੀ ਵੇਖਦੇ ਹਨ? ਭਾਈ ਲਾਲੋ ਨੇ ਕੁਝ ਸਰਸੋਂ ਬੀਜੀ ਹੋਈ ਸੀ। ਗੁਰੂ ਜੀ ਸਰਸੋਂ ਦੇਖ ਕੇ ਆਖਣ ਲੱਗੇ, ਭਾਈ ਲਾਲੋ, ਸਰਸੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਣ ਨੂੰ ਜੀ ਕਰਦਾ ਹੈ। ਉਸੇ ਦਿਨ ਭਾਗੋ ਦੇ ਘਰ ਬ੍ਰਹਮ ਭੋਜ ਸੀ। ਭਾਈ ਲਾਲੋ 7 ਵਜਨ ਆ ਕੇ ਸਰਸੋਂ ਤੋੜਨ ਲੱਗ ਗਏ। ਗੁਰੂ ਜੀ ਵੀ ਨਾਲ ਸਾਗ ਵਾਸਤੇ ਸਰਸੋਂ ਤੋੜਨ ਲੱਗੇ। ਸੋਹਣਾ ਸਾਗ ਘਰ ਲੈ ਆਂਦਾ। ਭਾਈ ਜੀ ਨੇ ਘਰ ਵਾਲੀ ਨੂੰ ਆਖਿਆ, ਅੱਜ ਨਵੀਂ ਮੱਕੀ ਦਾ ਆਟਾ ਪੀਸ ਕੇ
ਇਹ ਸਾਗ ਸਰਸੋਂ ਦਾ ਬਣਾਉਣਾ ਹੈ। ਘਰ ਵਾਲੀ ਵੀ ਸੱਤ ਬਚਨੀ ਸੀ। ਨਾ ਹੀ ਭਾਈ ਲਾਲੋ ਨੇ ਇਹ ਗੱਲ ਆਖੀ ਕਿ ਮਲਕ ਦਾ ਹੁਕਮ ਹੈ ਚੁੱਲ੍ਹੇ ਅੱਗ ਨਹੀਂ ਬਾਲਣੀ, ਅਤੇ ਘਰ ਵਾਲੀ ਨੇ ਵੀ ਸੱਤ ਵਚਨ ਕਹਿ ਕੇ ਸਾਗ ਭਾਈ ਜੀ ਕੋਲੋਂ ਲੈ ਕੱਟਣਾ ਸ਼ੁਰੂ ਕਰ ਦਿੱਤਾ। ਚੁੱਲ੍ਹੇ ਅੱਗ ਬਾਲੀ ਗਈ। ਤੋੜੀ ਵਿੱਚ ਸਾਗ ਪਾ ਦਿੱਤਾ। ਬੇਬੇ ਜੀ ਚੱਕੀ ਪੀਸਣ ਬੈਠ ਗਏ, ਆਟਾ ਪੀਸਣ ਵਾਸਤੇ। ਅੱਗ ਬਲਦੀ ਦਾ ਧੂਆਂ ਉੱਪਰ ਆਕਾਸ਼ ਵੱਲ ਉੱਡਣ ਲੱਗਾ। ਕਿਸੇ ਧੂਆਂ ਦੇਖਿਆ ਤੇ ਹੈਰਾਨ ਹੋ ਗਿਆ। ਅੱਜ ਤਾਂ ਮਲਕ ਭਾਗੋ ਦਾ ਹੁਕਮ ਸੀ ਚੁੱਲ੍ਹੇ ਅੱਗ ਨਹੀਂ ਬਾਲਣੀ। ਇਹਨਾਂ ਨੂੰ ਡਰ ਹੀ ਨਹੀਂ, ਜੇ ਮਲਕ ਨੂੰ ਪਤਾ ਲੱਗਾ ਤਾਂ ਕੀ ਹੋਵੇਗਾ। ਉਸ ਦਾ ਦਰਵਾਜ਼ਾ ਖਟਖਟਾਇਆ। ਭਾਈ ਜੀ ਨੇ ਦਰਵਾਜ਼ਾ ਖੋਲ ਕੇ ਪੁੱਛ ਕੀਤੀ, ਭਾਈ ਜੀ ਕਿਵੇਂ ਆਏ ਹੋ? ਭਾਈ ਜੀ ਅੱਜ ਤਾਂ ਮਲਕ ਭਾਗੋ ਨੇ ਅੱਗ ਬਾਲਣੀ ਬੰਦ ਕੀਤੀ ਹੋਈ ਹੈ, ਤੁਸਾਂ ਕੀ ਚਾੜਿਆ? ਭਾਈ ਜੀ ਉੱਤਰ ਦਿੱਤਾ, ਭਾਈ ਪਤਾ ਹੈ, ਪਰ ਸਾਡੇ ਘਰ ਤਾਂ ਤੁਸਾਂ ਨੂੰ ਪਤਾ ਹੈ ਮਹਿਮਾਨ ਆਏ ਹੋਏ ਹਨ, ਸੋ ਸਾਨੂੰ ਤਾਂ ਘਰ ਆਇਆਂ ਦੀ ਖੁਸ਼ੀ ਵਿੱਚ ਹੀ ਖੁਸ਼ੀ ਹੈ। ਸਾਨੂੰ ਮਲਕ ਭਾਗੋ ਦੀ ਖੁਸ਼ੀ ਨਾਲੋਂ ਆਪਣੇ ਮਹਿਮਾਨਾਂ ਦੀ ਖੁਸ਼ੀ ਜ਼ਰੂਰੀ ਹੈ। ਉਹ ਸੱਜਣ ਤਾਂ ਨੀਵੀਂ ਪਾ ਕੇ ਤੁਰ ਗਿਆ। ਧੂਆਂ ਤਾਂ ਹੋਰ ਕੋਈ ਵੀ ਦੇਖਦਾ ਸੀ। ਉਸ ਜਾ ਮਲਕ ਤਾਂ ਹੀ ਦੱਸਿਆ, ਮਲਕ ਜੀ ਭਾਈ ਲਾਲੋ ਦੇ ਘਰ ਤਾਂ ਅੱਗ ਬਲਦੀ ਹੈ। ਮਲਕ ਤਾਂ ਹੀ ਇਹ ਸੁਣ ਕੇ ਪਹਿਲੇ ਤਾਂ ਯਕੀਨ ਨਹੀਂ ਸੀ। ਫਿਰ ਕਿਸੇ ਆਪਣੇ ਨੌਕਰ ਨੂੰ ਭੇਜਿਆ, ਨਾਲ ਹੀ ਉਸ ਨੂੰ ਹੁਕਮ ਕੀਤਾ ਕਿ ਜਾ ਕੇ ਆਖ ਅੱਗ ਬੁਝਾ ਦਿਓ, ਕਿਉਂਕਿ ਮਲਕ ਸਾਹਿਬ ਦਾ ਹੁਕਮ ਹੈ। ਨੌਕਰ ਆਇਆ ਤੇ ਆ ਕੇ ਮਲਕ ਭਾਗੋ ਦਾ ਸੰਦੇਸ਼ ਦੇ ਦਿੱਤਾ। ਭਾਈ ਜੀ ਨੇ ਬੜੀ ਧੀਰਜ ਨਾਲ ਉਸ ਆਏ ਨੌਕਰ ਨੂੰ ਬੈਠਣ ਵਾਸਤੇ ਆਖਿਆ, ਅਤੇ ਨਾਲ ਹੀ ਉਸ ਨੂੰ ਆਖਿਆ, ਸਾਡੇ ਆਪਣੇ ਮਹਿਮਾਨ ਆਏ ਹੋਏ ਹਨ। ਉਹਨਾਂ ਦਾ ਵਿਚਾਰ ਸੀ ਮੱਕੀ ਦੀ ਰੋਟੀ ਤੇ ਸਾਗ ਖਾਣ ਦਾ, ਸੋ ਮਲਕ ਜੀ ਤਾਈਂ ਆਖ ਦੇਣਾ ਉਹ ਗੁੱਸਾ ਨਾ ਕਰੇ। ਪਹਿਲੇ ਘਰ ਆਏ ਮਹਿਮਾਨ ਦੀ ਖੁਸ਼ੀ ਕਰਨਾ ਜ਼ਰੂਰੀ ਹੈ। ਨੌਕਰ ਇੰਨੀ ਗੱਲ ਸੁਣ ਕੇ ਚਲਾ ਗਿਆ, ਅਤੇ ਜੋ ਗੱਲਬਾਤ ਭਾਈ ਜੀ ਨੇ ਆਖੀ ਉਹ ਮਲਕ ਤਾਈਂ ਜਾ ਆਖੀ। ਪਰੰਤੂ ਜਿਸ ਨੂੰ ਆਪਣੀ ਹਉਮੈ ਦੁਖੀ ਕਰਦੀ ਹੋਵੇ, ਜਿੱਥੇ ਰਾਜ, ਮਾਲ, ਰੂਪ, ਜਾਤ, ਜੋਬਨ ਸਾਰੇ ਹੀ ਠੱਗ ਦੁਖੀ ਕਰਦੇ ਹੋਣ, ਜਿਸ ਨੂੰ ਗਰੀਬਾਂ ਦੇ ਘਰਾਂ ਨੂੰ ਲੁੱਟਦੇ ਹੋਇਆਂ ਵੀ ਤਰਸ ਨਾ ਆਵੇ, ਉਹ ਕਿਸੇ ਦੀ ਇੱਜ਼ਤ ਜਾਂ ਖੁਸ਼ੀ ਨੂੰ ਕੀ ਸਮਝ ਸਕਦਾ ਹੈ? ਸੁਣਦਿਆਂ ਹੀ ਅੱਗ ਦੀ ਤਰ੍ਹਾਂ ਤਪਦਾ ਬੋਲੀ ਜਾਂਦਾ ਸੀ, ਉਸ ਦਾ ਮਹਿਮਾਨ ਨਹੀਂ ਸੀ ਇੱਥੇ ਆ ਸਕਦਾ। ਜਦ ਮੇਰਾ ਹੁਕਮ ਸੀ ਚੁੱਲ੍ਹੇ ਅੱਗ ਨਹੀਂ ਬਾਲਣੀ, ਫਿਰ ਉਸ ਇਹ ਗਲਤੀ ਕਿਉਂ ਕੀਤੀ? ਮੇਰੇ ਨੌਕਰ ਨੇ ਜਾ ਕੇ ਆਖਿਆ, ਫੇਰ ਵੀ ਅੱਗ ਮੱਠੀ ਨਹੀਂ ਹੋਈ। ਸੜਦਾ ਬਲਦਾ ਕੁਝ ਨੌਕਰ ਲੈ ਘੋੜੇ ਚੜ ਆਪ ਭਾਈ ਲਾਲੋ ਦੇ ਘਰ ਆ ਗਿਆ। ਜਦ ਤਾਈਂ ਸਾਗ ਤਿਆਰ ਹੋ ਚੁੱਕਿਆ ਸੀ। ਬੇਬੇ ਜੀ ਰਾਮ ਰਾਮ ਜਪਦੇ ਮੱਕੀ ਦੇ ਪ੍ਰਸ਼ਾਦੇ ਤਿਆਰ ਕਰ ਰਹੇ ਸਨ। ਮਲਕ ਨੂੰ ਆਉਂਦਾ ਦੇਖ ਹੋਰ ਵੀ ਕੁਝ ਸਿਆਣੇ, ਕੁਝ ਤਮਾਸ਼ਬੀਨ ਪਿੱਛੇ ਪਿੱਛੇ ਆ ਗਏ। ਜਦ ਤਾਈਂ ਬੇਬੇ ਜੀ ਥਾਲੀ ਵਿੱਚ ਪ੍ਰਸ਼ਾਦਾ ਰੱਖ ਕੇ ਸਾਗ ਵਿੱਚ ਤਾਜ਼ਾ ਮੱਖਣ ਘਰ ਦੀ ਮੱਝ ਦਾ ਪਾ ਰਹੇ ਸਨ ਕਿ ਮਲਕ ਭਾਗੋ ਪੁੱਜਿਆ। ਭਾਗੋ ਦੇ ਮਨ ਨੂੰ ਬੜਾ ਦੁੱਖ ਹੋਇਆ। ਕ੍ਰੋਧ ਵਿੱਚ ਬੋਲਿਆ ਨਹੀਂ ਜਾਂਦਾ। ਗੁਰੂ ਜੀ ਭਾਗੋ ਦੇ ਚਿਹਰੇ ਤੋਂ ਦੇਖ ਕੇ ਸਮਝ ਗਏ ਤੇ ਆਪ ਹੀ ਮੁਸਕਰਾਉਂਦੇ ਚਿਹਰੇ ਤੋਂ ਬੋਲੇ, ਆਓ ਮਲਕ ਜੀ ਆਓ। ਕਿਵੇਂ ਆਉਣਾ ਹੋਇਆ? ਕ੍ਰੋਧ ਦੀ ਅੱਗ ਵਿੱਚ ਸੜਦਾ ਹੋਇਆ ਮਲਕ ਬੋਲਿਆ, ਕੀ ਤੁਸਾਂ ਨੂੰ ਪਤਾ ਨਹੀਂ ਸੀ ਬ੍ਰਹਮ ਭੋਜ ਹੈ? ਤੁਸਾਂ ਮੇਰੀ ਹੀ ਨਹੀਂ ਬ੍ਰਹਮ ਭੋਜ ਦੀ ਨਿਰਾਦਰੀ ਕੀਤੀ ਹੈ। ਗੁਰੂ ਜੀ ਨੇ ਕਿਹਾ, ਨਹੀਂ ਮਲਕ ਜੀ, ਇਸ ਵਿੱਚ ਬ੍ਰਹਮ ਭੋਜ ਦੀ ਨਿਰਾਦਰੀ ਕਿਵੇਂ ਹੋਈ? ਮਲਕ ਭਾਗੋ ਨੇ ਕਿਹਾ, ਨਿਰਾਦਰੀ ਨਹੀਂ ਤਾਂ ਹੋਰ ਕੀ ਹੈ। ਕਿੰਨੇ ਪਿੰਡਾਂ ਦੇ ਲੋਕ ਆਏ ਅਤੇ ਆਨੰਦ ਮਾਣਦੇ, ਜਸ ਗਾਉਂਦੇ ਜਾਂਦੇ, ਬ੍ਰਹਮ ਭੋਜ ਦੀ ਸ਼ੋਭਾ ਕਰਦੇ। ਤੁਹਾਡੀ ਇਹ ਸਾਗ ਤੇ ਮੱਕੀ ਦੀ ਰੋਟੀ ਕੀ ਜ਼ਿਆਦਾ ਸਵਾਦਲੀ ਹੈ? ਗੁਰੂ ਜੀ ਨੇ ਕਿਹਾ, ਮਲਕ ਜੀ, ਸਵਾਦਲੀ ਉਹੀ ਵਸਤੂ ਹੁੰਦੀ ਹੈ ਜੋ ਸਿਹਤ ਵਾਸਤੇ ਠੀਕ ਹੋਵੇ ਅਤੇ ਮਨ ਬੁਰਾਈਆਂ ਨਾ ਸੋਚੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਕੀ ਮੇਰਾ ਬ੍ਰਹਮ ਭੋਜ ਖਾਂਦਿਆਂ ਵਿਕਾਰ ਚੱਲਣਗੇ? ਉਹ ਵੀ ਤਾਂ ਅਨਾਜ ਹੀ ਹੈ, ਖੀਰ ਹੈ, ਕੜਾਹ ਹੈ, ਪੂਰੀਆਂ ਹਨ, ਅਨੇਕਾਂ ਦਾਲਾਂ ਸਬਜ਼ੀਆਂ, ਅਤੇ ਜਿਹੜੀ ਵਸਤ ਤੁਸਾਂ ਨੂੰ ਚੰਗੀ ਲੱਗਦੀ
ਉਹੀ ਖਾ ਲੈਂਦੇ। ਫਿਰ ਅਸੀਂ ਉਹੀ ਤਾਂ ਖਾ ਰਹੇ ਹਾਂ ਜਿਹੜੀ ਸਾਨੂੰ ਚੰਗੀ ਲੱਗੀ। ਇਹ ਸਾਗ ਤੇ ਮੱਕੀ ਦੀ ਰੋਟੀ ਤਾਂ ਫੇਰ ਵੀ ਮਿਲ ਸਕਦੀ ਸੀ। ਠੀਕ, ਮਿਲ ਸਕਦੀ ਸੀ, ਪਰੰਤੂ ਤੇਰੀਆਂ ਪੂਰੀਆਂ ਖੀਰ ਕੜਾਹ ਵਿੱਚ ਮੈਨੂੰ ਗਰੀਬਾਂ ਦਾ ਖੂਨ ਨਜ਼ਰ ਆਉਂਦਾ ਹੈ। ਕੀ ਆਖਿਆ? ਖੂਨ ਨਜ਼ਰ ਆਉਂਦਾ ਹੈ? ਇਹ ਗੱਲ ਕਿਸੇ ਅੱਜ ਤਾਈਂ ਨਹੀਂ ਆਖੀ। ਸਾਰੇ ਧੰਨ ਧੰਨ ਕਰਦੇ ਜਾਂਦੇ, ਤੂੰ ਖੂਨ ਪਿਆ ਆਖਦਾ ਹੈ? ਕੀ ਮੈਂ ਆਪਣੇ ਪਿਤਰਾਂ ਨੂੰ ਖੂਨ ਖਵਾਉਂਦਾ ਹਾਂ? ਮਲਕ ਜੀ, ਕ੍ਰੋਧ ਨਹੀਂ ਕਰੀਦਾ। ਤੁਸਾਂ ਪਹਿਲੇ ਅਨਾਜ ਜੋ ਇਕੱਤਰ ਕੀਤਾ ਸੀ ਕੋਈ ਚੋਰ ਦੇ ਘਰ ਦਾ ਜਾਂ ਕਿਸੇ ਠੱਗ ਦੇ ਘਰ ਦਾ ਤਾਂ ਨਹੀਂ। ਤੁਸਾਂ ਦਾ ਹੁਕਮ ਪੂਰਾ ਕਰਨ ਨੂੰ ਹੋ ਸਕਦਾ ਹੈ ਕਿਸੇ ਚੋਰੀ ਕੀਤੀ ਹੋਵੇ, ਕਿਸੇ ਠੱਗੀ ਨਾਲ ਲਿਆ ਕੇ ਤੁਸਾਂ ਦੇ ਬ੍ਰਹਮ ਭੋਜ ਵਾਸਤੇ ਦਿੱਤਾ ਹੋਵੇ। ਜਿਹਦੇ ਘਰ ਦਾ ਅੰਨ ਤੁਸਾਂ ਦੇ ਬ੍ਰਹਮ ਭੋਜ ਵਿੱਚ ਪਿਆ, ਹੋ ਸਕਦਾ ਹੈ ਉਹਨਾਂ ਦੇ ਪਿੱਤਰ ਵੀ ਉੱਥੇ ਹੋਣ। ਉਹ ਆਪਣੀ ਵਸਤੂ ਪਛਾਣ ਕੇ ਤੁਸਾਂ ਦੇ ਪਿਤਰਾਂ ਨੂੰ ਚੋਰ ਸਮਝ ਕੇ ਬੁਰਾ ਭਲਾ ਆਖਣ। ਤੁਸਾਂ ਦੇ ਪਿਤਰਾਂ ਨੂੰ ਚੋਰ ਆਖਦੇ ਹੋਣ ਜਾਂ ਕਹਿਣਗੇ। ਇਹ ਕਿਵੇਂ ਹੋ ਸਕਦਾ ਹੈ? ਮੈਨੂੰ ਤੇ ਪੰਡਤਾਂ ਇਹ ਆਖਿਆ ਕਿ ਪਿੱਤਰ ਭੁੱਖਿਆਂ ਨੂੰ ਇਹੀ ਸਾਧਨ ਹੈ ਰੋਟੀ ਖਵਾਉਣ ਦਾ। ਗੁਰੂ ਜੀ ਨੇ ਆਖਿਆ, ਇਹਨਾਂ ਦਲਾਲਾਂ ਦੇ ਹੱਥ ਦਰਗਾਹ ਵਿੱਚ ਵੱਢੇ ਜਾਣਗੇ ਜੋ ਅਜਿਹੇ ਵਿਚਾਰ ਦੇ ਕੇ ਦਲਾਲੀ ਕਰਦੇ ਹਨ। ਮਲਕ ਜੀ, ਅੱਗੇ ਜਾ ਕੇ ਤਾਂ ਉਹੀ ਮਿਲਦਾ ਹੈ ਜੋ ਵੀ ਕੋਈ 10 ਨੋਹਾਂ ਦੀ ਕਮਾਈ ਕਰਕੇ ਖਾਵੇ ਤੇ ਲੋੜਵੰਦਾਂ ਨੂੰ ਦੇਵੇ। ਸੋ ਤੇਰੇ ਦਲਾਲ ਬੇਸ਼ਰਮ ਹਨ, ਜਨਤਾ ਨੂੰ ਗੁੰਮਰਾਹ ਕਰਦੇ ਹਨ। ਸ਼ਲੋਕ ਮਹੱਲਾ ਪਹਿਲਾ। ਜੇ ਮੋਹਾ ਕਾ ਘਰ ਮੋਹੈ, ਘਰ ਮੋਹੇ ਪਿਤਰੀ ਦੇ, ਅੱਗੇ ਵਤ ਸਿਆਣੀਐ ਪਿਤਰੀ ਚੋਰ ਕਰੇ। ਵੱਡੀਐ ਹੱਥ ਦਲਾਲ ਕੇ, ਮੁਸਫੀ ਇਹ ਕਰੇ। ਨਾਨਕ ਅੱਗੇ ਸੋ ਮਿਲੈ, ਜੇ ਖੱਟੈ ਕਾਲੇ ਦੇ। ਗੁਰੂ ਜੀ ਦੇ ਇਹ ਵਚਨ ਸੁਣ ਮਲਕ ਜੀ ਦਾ ਕ੍ਰੋਧ ਮੱਠਾ ਪੈ ਗਿਆ ਅਤੇ ਗੁਰੂ ਜੀ ਨੇ ਮਲਕ ਤਾਈਂ ਆਖਿਆ। ਮਲਕ ਦਾ ਮਤਲਬ ਮਾਲਕ ਦਾ ਹੈ। ਛੋਟਾ ਕੀਤਾ ਨਾਮ ਹੈ। ਭਾਗੋ ਕਿੰਨਿਆਂ ਹੀ ਪਿੰਡਾਂ ਦਾ ਮਾਲ ਸੀ। ਜੇ ਮਾਲਕ ਆਪ ਹੀ ਖੇਤੀ ਉਜਾੜੀ ਜਾਵੇ ਤਾਂ ਉਸ ਦੇ ਘਰ ਕੀ ਫਸਲ ਆਵੇਗੀ? ਮਲਕ ਨੇ ਕਿਹਾ, ਕੁਝ ਨਹੀਂ ਜੀ। ਗੁਰੂ ਜੀ ਨੇ ਕਿਹਾ, ਤਾਂ ਫਿਰ ਤੂੰ ਇੰਨਿਆਂ ਪਿੰਡਾਂ ਦਾ ਮਾਲਕ ਹੈ। ਇਹ ਪਰਜਾ ਤੇਰੀ ਖੇਤੀ ਹੈ, ਤੂੰ ਇਹਨਾਂ ਦਾ ਮਾਲਕ ਹੈ। ਜੇ ਤੂੰ ਹੀ ਆਪਣੀ ਪਰਜਾ ਦਾ ਖੂਨ ਚੂਸੇਂਗਾ, ਤੇਰਾ ਮਨ ਮੈਲਾ ਹੋ ਜਾਵੇਗਾ। ਜੇ ਰਤ ਲਗੇ ਕੱਪੜੇ, ਜਾਮਾ ਹੋਏ ਪਲੀਤ। ਜੋ ਰਤ ਪੀਵੇ ਮਾਨਸਾ, ਤਿਨ ਕੋ ਨਿਰਮਲ ਚੀਤ। ਸੋ ਤੇਰੇ ਘਰ ਕਿਸ ਚੀਜ਼ ਦੀ ਕਮੀ ਹੈ? ਤੂੰ ਫੇਰ ਗਰੀਬਾਂ ਤੋਂ ਜ਼ੋਰ ਨਾਲ ਦਾਨ ਲੈਂਦਾ ਹੈ। ਉਹ ਗਰੀਬ ਕੀ ਤੈਨੂੰ ਅਸੀਸਾਂ ਦੇਣਗੇ ਜਾਂ ਤੇਰੇ ਮੌਤ ਦੇ ਵੇਲੇ ਦੀ ਉਡੀਕ ਕਰਨਗੇ? ਸੋ ਤੇਰਾ ਫਰਜ਼ ਹੈ ਜਿਨ੍ਹਾਂ ਪਾਸ ਖਾਣ ਨੂੰ ਨਹੀਂ ਉਹਨਾਂ ਨੂੰ ਦੇਵੇਂ। ਜਿਸ ਦੇ ਤਨ ਤੇ ਕਪੜਾ ਨਹੀਂ, ਕਪੜਾ ਦੇਵੇਂ। ਤੂੰ ਆਪ ਹੀ ਇਕੱਠਾ ਕਰਕੇ ਕਿੰਨਾ ਵੀ ਵੱਡਾ ਹੋ ਜਾਵੇਂ, ਕਿਸੇ ਵੀ ਅਖੀਰ ਤੇ ਬਾਤ ਨਹੀਂ ਪੁੱਛਣੀ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਐ, ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਜ਼ਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ। ਤੇ ਨਾਲ ਹੀ ਇਹ ਵੀ ਗੱਲ ਹੈ। ਮਹੱਲਾ ਪਹਿਲਾ। ਰਾਜਮਾਲ ਰੂਪ ਜਾਤ, ਜੋਬਨ ਪੰਜੇ ਠੱਗ। ਇੰਨੀ ਠੱਗੀ ਜਗ ਠੱਗਿਆ, ਕਿਨੈ ਨਾ ਰੱਖੀ ਲੱਜ। ਇਹਨਾਂ ਠੱਗਣ ਠੱਗ ਸੇ, ਜੇ ਗੁਰ ਕੀ ਪੈਰੀ ਪਾਹੇ। ਨਾਨਕ ਕਰਮਾ ਬਾਹਰੇ, ਹੋਰ ਕੇਤੇ ਮੁੱਠੇ ਜਾਹੇ। ਪੌੜੀ। ਸੋ ਅਜਿਹੀਆਂ ਰੀਤਾਂ ਛੱਡ ਦੇਣੀਆਂ ਚਾਹੀਦੀਆਂ ਹਨ ਜੋ ਰਾਮ ਦਾ ਨਾਮ ਭੁਲਾ ਦਿੰਦੀਆਂ ਹਨ। ਮਹੱਲਾ ਪਹਿਲਾ। ਜਾਲੋ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰੈ। ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤ ਰਹਿ। ਅਜਿਹੇ ਵਿਚਾਰ ਗੁਰੂ ਜੀ ਨੇ ਮਲਕ ਭਾਗੋ ਤਾਈਂ ਜਿਸ ਸਮੇਂ ਦਿੱਤੇ ਤਾਂ ਮਲਕ ਦਾ ਸਿਰ ਨੀਵਾਂ ਹੋ ਗਿਆ। ਗੁਰੂ ਜੀ ਨੇ ਮਲਕ ਨੂੰ ਆਖਿਆ, ਅੱਜ ਤੂੰ ਇਹ ਰੋਟੀ ਖਾ ਕੇ ਵੇਖ, ਤੈਨੂੰ ਪਤਾ ਲੱਗੇਗਾ ਬੇਬੇ ਜੀ ਦੇ ਹੱਥਾਂ ਦਾ ਤਿਆਰ ਕੀਤਾ ਪ੍ਰਸ਼ਾਦਾ ਜੋ ਰਾਮ ਦਾ ਨਾਮ ਜਪਦਿਆਂ ਤਿਆਰ ਕੀਤਾ ਹੈ। ਗੁਰੂ ਜੀ ਨੇ ਪਰੋਸੀ ਹੋਈ ਥਾਲੀ ਮਲਕ ਅੱਗੇ ਕਰ ਦਿੱਤੀ ਅਤੇ ਬੇਬੇ ਜੀ ਨੇ ਦੂਜੀ ਥਾਲੀ ਵਿੱਚ ਗੁਰੂ ਜੀ ਨੂੰ ਪਾ ਦਿੱਤੀ। ਮਲਕ ਪ੍ਰਸ਼ਾਦਾ ਛਕਦਾ ਤੇ ਪਤਾ ਨਹੀਂ ਨੇਤਰਾਂ ਚੋਂ ਜਲ ਕਿਉਂ ਵਹਿ ਤੁਰਿਆ।
ਨਾਲ ਪ੍ਰਸ਼ਾਦਾ ਛਕਦਾ, ਨਾਲੇ ਆਖੀ ਜਾਂਦਾ, ਧੰਨ ਨਾਨਕ, ਧੰਨ ਭਾਈ ਲਾਲੋ। ਮੈਂ ਜ਼ਿੰਦਗੀ ਵਿੱਚ ਅਜਿਹਾ ਸਵਾਦਲਾ ਭੋਜਨ ਨਹੀਂ ਸੀ ਕੀਤਾ। ਸੱਚਮੁੱਚ ਦੁੱਧ ਦੇ ਘੁੱਟ ਹੀ ਪੀਤੇ ਹਨ। ਗੁਰੂ ਜੀ ਨੇ ਕਿਹਾ, ਮਲਕ ਜੀ, ਨਾਮ ਜਪਣ ਵਾਸਤੇ ਦੁੱਧ ਰੂਪੀ ਭੋਜਨ ਦੀ ਲੋੜ ਹੈ। ਤੇਰੇ ਭੋਜਨ ਵਿੱਚ ਗਰੀਬਾਂ ਦਾ ਖੂਨ ਨਜ਼ਰ ਪੈਂਦਾ ਹੈ। ਵੰਡ ਦੇ ਗਰੀਬ ਦਾ ਇਕੱਠਾ ਕੀਤਾ ਧਨ, ਦੇ ਦੇ ਲੋੜਵੰਦਾਂ ਨੂੰ। ਸਤਸੰਗ ਭਾਈ ਲਾਲੋ ਦੇ ਘਰ ਆ ਕੇ ਕਰਿਆ ਕਰ, ਕਰਤਾਰ ਭਲਾ ਕਰੇਗਾ। ਨਾਲੇ ਪ੍ਰਸ਼ਾਦ ਛਕਦੇ ਹਨ ਅਤੇ ਸੱਤ ਦੇ ਵਿਚਾਰ ਮਲਕ ਤਾਈਂ ਸੁਣਾਉਂਦੇ ਹਨ। ਪਤਾ ਨਹੀਂ ਮਲਕ ਕਿੰਨੇ ਦਿਨਾਂ ਦਾ ਭੁੱਖਾ ਸੀ, ਜਿਵੇਂ ਅੱਤ ਦੀ ਭੁੱਖ ਲੱਗੀ ਹੋਵੇ ਤੇ ਭੋਜਨ ਵੀ ਸਵਾਦਲਾ ਹੋਵੇ ਤਾਂ ਹਟਣ ਨੂੰ ਵੀ ਜੀ ਨਹੀਂ ਕਰਦਾ। ਮਲਕ ਨੇ ਆਖਿਆ, ਬੇਬੇ ਜੀ, ਭੁੱਖ ਬਹੁਤ ਲੱਗੀ ਹੈ, ਪ੍ਰਸ਼ਾਦਾ ਹੋਰ ਲੈ ਸਕਦਾ? ਬੇਬੇ ਜੀ ਨੇ ਕਿਹਾ, ਜਿੰਨਾ ਜੀ ਚਾਹੇ ਛਕੋ, ਕੋਈ ਘਾਟ ਨਹੀਂ ਹੈ। ਬੇਬੇ ਜੀ ਪ੍ਰਸ਼ਾਦਾ ਤਾਜ਼ਾ ਉਤਾਰ ਕੇ ਦੇਈ ਜਾਂਦੇ, ਮਲਕ ਜੀ ਛਕੀ ਜਾਂਦੇ। ਇਹ ਨਜ਼ਾਰਾ ਜਿਹੜੇ ਲੋਕੀ ਦੇਖਦੇ ਸਨ ਦੰਗ ਰਹਿ ਗਏ ਕਿ ਮਲਕ ਜੀ ਤਾਂ ਕ੍ਰੋਧ ਵਸ ਹੋ ਕੇ ਆਏ ਸਨ। ਉਹ ਤਾਂ ਪ੍ਰਸ਼ਾਦਾ ਆਪ ਇੱਥੇ ਹੀ ਛਕਣ ਲੱਗੇ, ਉਹ ਤਾਂ ਜਾਣਾ ਹੀ ਭੁੱਲ ਗਏ। ਅਗਿਆਨਤਾ ਦਾ ਹਨੇਰਾ ਮਿਟ ਗਿਆ। ਗਿਆਨ ਅੰਜਣ ਗੁਰ ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉੱਚੀ ਉੱਚੀ ਪੁਕਾਰਦਾ, ਧੰਨ ਭਾਈ ਲਾਲੋ, ਤੂੰ ਧੰਨ ਹੈ, ਧੰਨ ਤੇਰੀ ਕਮਾਈ, ਜੋ ਤੇਰੇ ਆਸਰੇ ਮੇਰੀ ਭ੍ਰਸ਼ਟ ਬੁੱਧੀ ਅੰਦਰ ਚਾਨਣਾ ਹੋਇਆ। ਧੰਨ ਉਹ ਗੁਰੂ, ਜਿਨ ਸੱਚ ਕੇ ਵੱਟੇ ਨਾਲ ਪੱਤ ਅਤੇ ਝੂਠ ਤੋਲ ਸਾਰੀ ਜਨਤਾ ਨੂੰ ਦੱਸ ਦਿੱਤਾ। ਇਹ ਹੈ ਸੱਚ ਭਾਈ ਲਾਲੋ। ਕੂੜ ਦਾ ਪਹਾੜ ਮਲਕ ਭਾਗੋ ਦਾ ਸਿਰ ਝੁਕ ਗਿਆ। ਬਿਨਾਂ ਜੋਹਰੀ ਦੇ ਹੀਰੇ ਦੀ ਪਛਾਣ ਕੌਣ ਕਰੇ? ਆਮ ਜਨਤਾ ਲਾਲ ਦੀ ਕਦਰ ਕੀ ਜਾਣੇ? ਕੋਈ ਜੋਹਰੀ ਹੀ ਅਨਮੋਲ ਲਾਲ ਦੀ ਕਦਰ ਜਾਣ ਸਕਦਾ ਹੈ। ਜਿਵੇਂ ਕਿਸੇ ਮੂਰਖ ਨੂੰ ਲਾਲ ਮਿਲ ਜਾਵੇ ਤੇ ਉਹ ਉਸ ਨੂੰ ਪੱਥਰ ਹੀ ਆਖ ਦਿੰਦਾ ਹੈ। ਜਿਵੇਂ ਕਈ ਲਿਖਾਰੀਆਂ ਲਿਖ ਦਿੱਤਾ, ਭਾਈ ਲਾਲੋ ਸੂਦਰ ਪਾਸ ਗੁਰੂ ਜੀ ਗਏ। ਕਿਸੇ ਕੰਮੀ ਤੇ ਕੋਈ ਗਰੀਬ ਜਿਹਾ ਕਿੱਲੇ ਘਾੜਾ। ਸੂਦਰ ਤਾਂ ਉਸ ਨੂੰ ਆਖਿਆ ਜਾਂਦਾ ਸੀ ਜਿਸ ਦੇ ਘਰ ਕੋਈ ਜਾਂਦਾ ਨਹੀਂ, ਜੇ ਜਾਵੇ ਵੀ ਤਾਂ ਖਾਣਾ ਨਹੀਂ ਖਾਂਦਾ। ਇੱਥੇ ਤਾਂ ਗੁਰੂ ਨਾਨਕ ਕਿੰਨਾ ਚਿਰ ਹੀ ਠਹਿਰੇ ਰਹੇ ਅਤੇ ਭਾਈ ਲਾਲੋ ਨਾਲ ਕਿਰਤ ਵਿਰਤ ਵੀ ਕਰਦੇ ਰਹੇ। ਸੂਦਰ ਤਾਂ ਮਲਕ ਭਾਗੋ ਨੂੰ ਕਿਹਾ ਜਾ ਸਕਦਾ ਹੈ, ਜਿਸ ਦੇ ਘਰ ਦਾ ਪ੍ਰਸ਼ਾਦਾ ਛਕਣ ਤੋਂ ਵੀ ਗੁਰੂ ਜੀ ਨੇ ਇਨਕਾਰ ਕਰ ਦਿੱਤਾ, ਬਲਕਿ ਘਰ ਜਾਣਾ ਵੀ ਪ੍ਰਵਾਨ ਨਹੀਂ ਕੀਤਾ। ਅੱਜ ਗੁਰੂ ਜੀ ਨੂੰ ਤਾਂ ਉਹ ਵੱਟਾ ਮਿਲ ਚੁੱਕਿਆ ਸੀ। ਪੱਤ ਤੋਲਣ ਵਾਸਤੇ ਉਹ ਸੱਚ ਦਾ ਚੰਦਰਮਾ ਮਿਲ ਚੁੱਕਿਆ ਸੀ, ਜਿਸ ਨਾਲ ਕੂੜ ਦੇ ਹਨੇਰੇ ਵਿੱਚ ਚਾਨਣ ਕਰਨ ਵਾਸਤੇ ਉਹ ਸਿੱਖੀ ਦਾ ਇੱਕ ਦਾਣਾ ਮਿਲ ਚੁੱਕਿਆ ਸੀ, ਜਿਸ ਦੇ ਬੀਜ ਤੋਂ ਹੋਰ ਅਨੇਕਾਂ ਸਿੱਖ ਪੈਦਾ ਕੀਤੇ ਜਾਣਗੇ। ਭਾਈ ਲਾਲੋ ਦਾ ਘਰ ਸਤਸੰਗ ਦਾ ਕੇਂਦਰ ਬਣ ਗਿਆ। ਭਾਈ ਲਾਲੋ ਦਾ ਘਰ ਗੁਰਦੁਆਰਾ ਬਣ ਗਿਆ। ਭਾਈ ਲਾਲੋ ਦਾ ਘਰ ਧਰਮ ਦਾ ਕੇਂਦਰ ਬਣ ਗਿਆ। ਗੁਰੂ ਜੀ ਨੇ ਭਾਈ ਲਾਲੋ ਨੂੰ ਇਸ ਕੇਂਦਰ ਦਾ ਮੁਖੀ ਥਾਪ ਦਿੱਤਾ। ਭਾਈ ਲਾਲੋ ਨੂੰ ਹੁਕਮ ਕੀਤਾ, ਭਾਈ ਮੰਜੀ ਤੇ ਬੈਠ ਕੇ ਆਪਣੇ ਸੁਚੱਜੇ ਜੀਵਨ ਦੀ ਜਾਂਚ ਅਤੇ ਉਸ ਕਰਤੇ ਦੀਆਂ ਕਥਾ ਕਹਾਣੀਆਂ ਸਵੇਰੇ ਸਾਂਝ ਰੱਬ ਦੇ ਬੰਦਿਆਂ ਨੂੰ ਵੀ ਸੁਣਾਇਆ ਕਰ। ਜੋ ਨਿਰਭੈ ਨੂੰ ਸਿਮਰ ਕੇ ਨਿਰਭੈ ਹੋਣ, ਨਿਰਵੈਰ ਨੂੰ ਸਿਮਰ ਕੇ ਨਿਰਵੈਰ ਹੋ ਕੇ ਅਕਾਲ ਦੀ ਮੂਰਤ ਬਣ ਸਕਣ, ਮਾਨਸ ਬਣ ਕੇ ਫਿਰ ਸਿੱਖ ਦੇਵਤੇ ਬਣ ਸਕਣ। ਸਿੱਖ ਨਾਮ ਹੀ ਇੱਕ ਦੇਵਤੇ ਦਾ ਹੈ। ਆਮ ਕਿਹਾ ਜਾਂਦਾ ਹੈ ਸਿੱਖ ਵਿਦਿਆਰਥੀ ਹੈ, ਸ਼ਿਸ਼ ਹੈ। ਸਿੱਖ ਬਾਰੇ ਤਾਂ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਵਿਚਾਰ ਦਿੱਤੇ ਹਨ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਇਆ ਸੈਣ ਨਾਈ। ਬਾਣੀ ਵਿੱਚ ਹੋਰ ਵੀ ਅਨੇਕਾਂ ਪ੍ਰਮਾਣ ਹਨ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਹੇ। ਅਤੇ ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾਂ। ਗੁਰ ਸਿੱਖਾਂ ਕੀ ਘਾਲ ਥਾਂ ਪਈ, ਜਿਨ ਹਰ ਨਾਮ ਧਿਆਵਾਂ। ਅਤੇ ਸਿੱਖ ਹੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖ ਨਾਨਕ ਸਿਮਰਤ ਏਕ।
ਅਤੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਆਦ ਬੇਅੰਤ ਅਜਿਹੇ ਵਚਨ ਬਾਣੀ ਅੰਦਰ ਦਰਜ ਹਨ। ਸਿੱਖ ਦਾ ਦਰਜਾ ਉਹੀ ਹੈ ਬਾਣੀ ਦੁਆਰਾ ਜੋ ਖਾਲਸੇ ਦਾ ਹੈ, ਜੋ ਸੰਤ ਦਾ ਹੈ, ਜੋ ਬ੍ਰਹਮ ਗਿਆਨੀ, ਸੱਚ ਦਾ ਚੰਦਰਮਾ ਜੋ ਵੀ ਕਿਹਾ ਜਾਵੇ। ਕਿਉਂਕਿ ਹੀਰੇ ਦੀ ਪਹਿਚਾਣ ਲਾਲ ਜਾਂ ਰਤਨ ਦੀ ਪਹਿਚਾਣ ਤਾਂ ਕੋਈ ਜੋਰੀ ਹੀ ਕਰ ਸਕਦਾ ਸੀ ਨਾ। ਮੂਰਖ ਪਰਜਾ ਅੰਨੀ ਹੈ, ਇਹ ਕੀ ਜਾਣੇ ਹੀਰੇ ਦੀ ਕੀਮਤ। ਇਹ ਅਨਮੋਲ ਰਤਨ ਦੀ ਚਮਕ ਸਾਹਮਣੇ ਅੱਜ ਮਲਕ ਭਾਗੋ ਸਮੇਤ ਸਾਰਿਆਂ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਸਿਰ ਨੀਵੇਂ ਹੋ ਗਏ। ਅਜਿਹਾ ਵਾਤਾਵਰਣ ਬਣ ਗਿਆ ਜਿਸ ਲਈ ਗੁਰੂ ਜੀ ਆਮ ਕਰਕੇ ਯਤਨਸ਼ਾਲੀ ਰਹਿੰਦੇ ਸਨ, ਕਿਉਂਕਿ ਜਨਤਾ ਨੂੰ ਇਕੱਠਿਆਂ ਕਰਨ ਵਾਸਤੇ ਕੋਈ ਨਾ ਕੋਈ ਕੌਤਕ ਹੀ ਰਚਣਾ ਪੈਂਦਾ ਹੈ। ਸੋ ਅੱਜ ਮਲਕ ਦੇ ਆਉਣ ਦਾ ਕਾਰਨ ਵੀ ਕੁਝ ਨਿਰਾਲਾ ਹੀ ਸੀ। ਸਭ ਤਰ੍ਹਾਂ ਦੇ ਲੋਕ, ਕਈਆਂ ਪਿੰਡਾਂ ਦੇ ਸਾਧ, ਸੰਤ, ਪੰਡਤ, ਮੂਲਾ, ਕਾਜ਼ੀ, ਬ੍ਰਾਹਮਣ ਆਦਿ ਸਾਰੀ ਜਨਤਾ ਨੇ ਗੁਰੂ ਜੀ ਦੇ ਵਿਚਾਰ ਸੁਣੇ ਅਤੇ ਮਲਕ ਨੂੰ ਸਿਰ ਨਿਵਾਉਂਦਿਆਂ ਦੇਖਿਆ ਸੀ। ਕੁਝ ਵਿਚਾਰਵਾਨਾਂ ਨੇ ਗੁਰੂ ਜੀ ਨਾਲ ਵਿਚਾਰ ਵੀ ਕਰਨੇ ਚਾਹੇ। ਗੁਰੂ ਜੀ ਨੇ ਅਤੀ ਪ੍ਰਸੰਨਤਾ ਨਾਲ ਵਿਚਾਰ ਕਰਨ ਨੂੰ ਸਮਾਂ ਦਿੱਤਾ। ਜਿਵੇਂ ਅੱਜ ਵੀ ਅਜਿਹੇ ਵਿਚਾਰ ਹਰ ਇੱਕ ਦੇ ਮਨ ਅੰਦਰ ਉੱਠਦੇ ਰਹਿੰਦੇ ਹਨ। ਪਰਮਾਤਮਾ ਜਾਂ ਖੁਦਾ ਕੀ ਅਲੱਗ-ਅਲੱਗ ਹਨ? ਕਿਸੇ ਪੁੱਛ ਕੀਤੀ। ਭਾਈ, ਨਾਮ ਵੱਖੋ ਵੱਖਰੇ ਹਨ ਪਰੰਤੂ ਆਕਾਰ ਇੱਕ ਦਾ ਹੀ ਹੈ, ਏਕ ਓੰਕਾਰ। ਸਤਨਾਮ ਇੱਕ ਹੀ ਹੈ, ਉਸ ਦੀ ਹੋਂਦ ਸੱਚ ਹੈ। ਉਹ ਸਾਰੀ ਸ੍ਰਿਸ਼ਟੀ ਦਾ ਰਚਨਹਾਰ, ਕਰਨ ਕਰਾਵਣ ਵਾਲਾ, ਕਰਨ ਕਰਾਵਣ ਹਾਰ, ਕਰਤਾ, ਕਰੀਮ ਇਹੀ ਹੈ। ਸੱਚੇ ਨਾਮ ਨੂੰ ਸਿਮਰਨ ਕਰਨ ਨਾਲ ਹੀ ਤੁਸੀਂ ਪੈਰ ਰਹਿਤ ਹੋ ਸਕਦੇ ਹੋ ਅਤੇ ਵੈਰ ਰਹਿਤ ਹੋ ਸਕਦੇ ਹੋ। ਜਿਸ ਸਮੇਂ ਨਿਰਭਉ ਅਤੇ ਨਿਰਵੈਰ ਹੋ ਗਏ, ਤੁਸੀਂ ਵੀ ਉਸ ਦੀ ਮੂਰਤ ਹੀ ਬਣ ਜਾਵੋਗੇ ਅਤੇ ਜੁਨਾਂ ਵਿੱਚ ਨਹੀਂ ਜਾਵੋਗੇ, ਕਿਉਂਕਿ ਉਹ ਸੱਚਾ ਹੈ। ਜੁਗਾਂ ਜੁਗਾਂਤਰਾਂ ਤੋਂ ਪਹਿਲਾਂ ਤੋਂ ਹੀ ਉਹ ਹੈ ਅਤੇ ਹੁਣ ਵੀ ਉਹੀ ਹੈ, ਅਗਾਹਾਂ ਵੀ ਉਹੀ ਹੋਵੇਗਾ। ਉਪਰੰਤ ਕਿਸੇ ਹੋਰ ਆਪਣੇ ਵਿਚਾਰ ਆਖੇ। ਅਸੀਂ ਰੋਜ਼ ਸੋਚ ਇਸ਼ਨਾਨ ਕਰਦੇ ਹਾਂ। ਇਸ ਪ੍ਰਕਾਰ ਅਸੀਂ ਸੁੱਚੇ ਹੋ ਕੇ ਜਨਮ ਮਰਨ ਨਹੀਂ ਨਿਵਾਰ ਸਕਦੇ। ਆਮ ਪੰਡਤ ਲੋਕ ਸਾਨੂੰ ਇਹੀ ਦੱਸਦੇ ਹਨ, ਭਾਈ ਐਵੇਂ ਸੁੱਚਾ ਨਹੀਂ ਹੋ ਸਕਦਾ, ਭਾਵੇਂ ਲੱਖਾਂ ਵਾਰ ਸੋਚ ਇਸ਼ਨਾਨ ਕਰੋ। ਭਾਈ, ਪਰੰਤੂ ਸਾਡੇ ਮਤ ਵਿੱਚ ਤਾਂ ਚੁੱਪ ਧਾਰਨ ਕਰਨੀ ਉੱਤਮ ਦੱਸੀ ਜਾਂਦੀ ਹੈ। ਭਾਈ, ਐਵੇਂ ਮਨ ਚੁੱਪ ਕਰਕੇ ਬੈਠਦਾ ਨਹੀਂ, ਮੂੰਹ ਤੋਂ ਚੁੱਪ ਧਾਰ ਲੈਣੀ ਇਹ ਵੀ ਕੋਈ ਪਰਮਾਤਮਾ ਨੂੰ ਮਿਲਣ ਦਾ ਰਸਤਾ ਨਹੀਂ। ਕੋਈ ਆਖਦਾ ਧਨ ਇਕੱਠਾ ਹੋ ਜਾਵੇ ਤਾਂ ਮਨ ਦੀ ਭੁੱਖ ਖਤਮ ਹੋ ਸਕਦੀ ਹੈ, ਫਿਰ ਮਨ ਟਿਕ ਸਕਦਾ ਹੈ। ਨਹੀਂ ਭਾਈ, ਭਾਵੇਂ ਪੁਰੀਆਂ ਦੇ ਰਾਜੇ ਵੀ ਕਿਉਂ ਨਾ ਬਣ ਜਾਵੋ, ਇਹ ਭੁੱਖ ਹੋਰ ਵਧੇਗੀ, ਇਹ ਭੁੱਖ ਖਤਮ ਨਹੀਂ ਹੁੰਦੀ। ਕਿਸੇ ਆਖਿਆ ਪੜ੍ਹ ਲਿਖ ਕੇ ਸਿਆਣਾ ਬਣਨਾ ਚਾਹੀਦਾ ਹੈ, ਸਿਆਣਾ ਬਣਿਆ ਹੀ ਉਸ ਦੀ ਪ੍ਰਾਪਤੀ ਹੈ। ਭਾਈ, ਇਹ ਵੀ ਆਪ ਦੀ ਭੁੱਲ ਹੈ। ਹਜ਼ਾਰਾਂ ਹੀ ਸਿਆਣਪਾਂ ਭਾਵੇਂ ਹੋਣ, ਅੰਤ ਨਾਲ ਕੋਈ ਵੀ ਨਹੀਂ ਜਾਂਦੀ। ਇਹ ਸਾਰੇ ਫੋਕਟ ਕਰਮ ਹਨ। ਤੇ ਫਿਰ ਕਿਵੇਂ ਸਚਿਆਰਾ ਬਣਿਆ ਜਾ ਸਕਦਾ ਹੈ ਜੇ ਇਹ ਸਾਰੇ ਫੋਕਟ ਧਰਮ ਹਨ? ਉਸ ਮਾਲਕ ਦੀ ਰਜ਼ਾ ਵਿੱਚ ਰਹਿਣਾ, ਉਸ ਦੇ ਹੁਕਮ ਵਿੱਚ ਚੱਲਣਾ ਹੀ ਨਾਲ ਜਾਣ ਵਾਲੀ ਵਸਤੂ ਹੈ। ਹੁਕਮ ਕੀ ਹੈ? ਉਸ ਦੇ ਹੁਕਮ ਵਿੱਚ ਹੀ ਇਹ ਸਾਰੀ ਸ੍ਰਿਸ਼ਟੀ ਦਾ ਆਕਾਰ ਹੈ। ਉਸ ਦਾ ਹੁਕਮ ਕਿਹਾ ਨਹੀਂ ਜਾ ਸਕਦਾ, ਅਨੁਭਵ ਹੀ ਕੀਤਾ ਜਾਂਦਾ ਹੈ। ਇਹ ਜੀਵ ਜੰਤ ਸਾਰੇ ਉਸ ਦੇ ਹੁਕਮ ਵਿੱਚ ਹੀ ਹਨ। ਵਡਿਆਈ ਵੀ ਉਸੇ ਦੇ ਹੁਕਮ ਨਾਲ ਹੀ ਮਿਲਦੀ ਹੈ। ਉਸ ਦੇ ਹੁਕਮ ਨਾਲ ਹੀ ਉੱਚੇ ਅਤੇ ਨੀਵੇਂ ਲਿਖੇ ਜਾਂਦੇ ਹਨ ਅਤੇ ਦੁੱਖ ਸੁੱਖ ਭੋਗਦੇ ਹਨ। ਕਈਆਂ ਤੇ ਉਸ ਦੀ ਬਖਸ਼ਿਸ਼ ਹੋ ਜਾਂਦੀ ਹੈ। ਉਸ ਦੇ ਹੁਕਮ ਵਿੱਚ ਹੀ ਅਨੇਕਾਂ ਜੰਮਦੇ ਮਰਦੇ ਹਨ। ਉਸ ਦੇ ਹੁਕਮ ਅੰਦਰ ਹੀ ਸਭ ਕੁਝ ਹੋ ਰਿਹਾ ਹੈ। ਹੁਕਮ ਤੋਂ ਬਿਨਾਂ ਕੁਝ ਵੀ ਨਹੀਂ, ਪਰੰਤੂ ਹੁਕਮ ਦੀ ਸੋਝੀ ਤਾਂ ਹੀ ਪੈਂਦੀ ਹੈ ਜੇ ਆਪਾ ਮਿਟਾਇਆ ਜਾਵੇ, ਹਉਮੈ ਮਾਰੀ ਜਾਵੇ। ਜਿਸ ਸਮੇਂ ਮੈਨੂੰ ਛੱਡ ਦੇਵੋ, ਹਉਮੈ ਕੋਈ ਨਾ ਕਹੇ, ਉਸ ਦੇ ਹੁਕਮ ਦੀ ਸੋਝੀ ਪੈ ਜਾਂਦੀ ਹੈ। ਹਉਮੈ ਉਦੋਂ ਮਿਟਦੀ ਹੈ ਜਦੋਂ ਸਤਨਾਮ ਨਾਲ ਹਰ ਸਮੇਂ ਜੁੜਿਆ ਜਾਵੇ। ਇਹ ਪਹਿਲੀ ਪੌੜੀ
ਅਤੇ ਦੂਜੀ ਜਪ ਜੀ ਦੀ ਪੌੜੀ ਦੇ ਵਿਚਾਰ ਗੁਰੂ ਜੀ ਨੇ ਦਿੱਤੇ। ਗੁਰੂ ਦੀ ਕਿਰਪਾ ਨਾਲ ਹੀ ਪਤਾ ਲੱਗਦਾ ਹੈ ਕਿ ਸਾਰੇ ਜੀਵਾਂ ਦਾ ਦਾਤਾ ਵੀ ਇੱਕ ਹੀ ਹੈ, ਜਿਸ ਨੂੰ ਭੁੱਲਣਾ ਵਿਸਾਰਨਾ ਠੀਕ ਨਹੀਂ। ਜੇ ਪਰਮਾਤਮਾ ਦੀ ਯਾਦ ਰਹੇਗੀ, ਮੰਦੇ ਕਰਮਾਂ ਤੋਂ ਬਚਿਆ ਰਹੇਗਾ। ਦਾਤੇ ਨੂੰ ਭੁੱਲਣ ਕਾਰਨ ਹੀ ਇਨਸਾਨ ਚੋਰ, ਠੱਗ, ਬੇਈਮਾਨ ਬਣਦਾ ਹੈ। ਉਸ ਦੇ ਭੈ ਬਿਨਾਂ ਮੰਦੇ ਕੰਮ ਕਰਦਾ ਹੈ। ਉਸ ਦਾਤੇ ਨੂੰ ਸਾਰੀ ਸ੍ਰਿਸ਼ਟੀ ਵੱਖਰੀ ਵੱਖਰੀ ਅਤੇ ਵਿਧੀ ਨਾਲ ਯਾਦ ਕਰਦੀ ਹੈ, ਪਰੰਤੂ ਹਉਮੈ ਦਾ ਤਿਆਗ ਕੋਈ ਵਿਰਲਾ ਹੀ ਕਰਦਾ ਹੈ। ਅਜਿਹੇ ਵਿਚਾਰ ਗੁਰੂ ਜੀ ਦਿੰਦੇ ਹੀ ਸਨ। ਕਿਸੇ ਪੁੱਛ ਕੀਤੀ ਪੜ੍ਹੇ ਲਿਖੇ ਪੰਡਤ ਨੇ, ਇਹ ਧਰਤੀ ਕਿਵੇਂ ਖੜੀ ਹੈ, ਕਿਸਨੇ ਚੁੱਕੀ ਹੋਈ ਹੈ, ਇਸ ਦੇ ਬਾਰੇ ਆਪ ਕੁਝ ਦੱਸੋਗੇ? ਅਸੀਂ ਤਾਂ ਕਰਤਾਰ ਦੇ ਹੁਕਮ ਹੀ ਸਮਝਦੇ ਹਾਂ। ਉਸ ਦੇ ਆਪਣੇ ਹੁਕਮ ਦੀ ਹੀ ਕਿਰਤ ਹੈ, ਇਸ ਨੂੰ ਉਹੀ ਜਾਣਦਾ ਹੈ। ਵੈਸੇ ਤੁਸਾਂ ਦੇ ਕੀ ਵਿਚਾਰ ਹਨ? ਗੁਰੂ ਜੀ ਨੇ ਉਸੇ ਪੰਡਤ ਤਾਈਂ ਪੁੱਛ ਕੀਤੀ। ਸਾਡੇ ਤੇ ਸ਼ਾਸਤਰਾਂ ਵਿੱਚ ਲਿਖਿਆ ਹੈ, ਇੱਕ ਬੜਾ ਤਕੜਾ ਬਲਦ ਹੈ ਧਰਤੀ ਦੇ ਥੱਲੇ, ਜਿਸ ਨੇ ਸਿੰਘਾਂ ਤੇ ਚੁੱਕੀ ਹੋਈ ਹੈ। ਜਦੋਂ ਸਿੰਘ ਬਦਲੀ ਕਰਦਾ ਹੈ ਤਾਂ ਭੁਚਾਲ ਆ ਜਾਂਦਾ ਹੈ। ਲਾਗੇ ਬੈਠਾ ਮੌਲਵੀ ਵੀ ਆਖਣ ਲੱਗਾ, ਹਾਂ ਜੀ, ਸਾਡੀਆਂ ਕਿਤਾਬਾਂ ਵਿੱਚ ਵੀ ਇਹੀ ਲਿਖਿਆ ਹੋਇਆ ਹੈ। ਗੁਰੂ ਜੀ ਮੁਸਕਰਾਏ ਅਤੇ ਆਖਣ ਲੱਗੇ, ਭਾਈ ਉਹ ਬਲਦ ਕਿੱਥੇ ਖੜਾ ਹੈ? ਉਹ ਥੱਲੇ ਦੀ ਧਰਤੀ ਤੇ ਖੜਾ ਹੈ। ਥੱਲੇ ਦੀ ਧਰਤੀ ਕਿਸਨੇ ਚੁੱਕੀ ਹੋਈ ਹੈ? ਉਸ ਥੱਲੇ ਹੋਰ ਬਲਦ ਹੈ। ਗੁਰੂ ਜੀ ਆਖਰ ਪੁੱਛਦੇ ਹਨ, ਧਰਤੀ ਹੋਰ ਉੱਪਰ ਹੋਰ, ਇਹ ਦੱਸੋ ਅਖੀਰ ਕਿਹੜੀ ਤਾਕਤ ਹੈ ਜਿਸ ਨਾਲ ਧਰਤੀ ਖੜੀ ਹੈ? ਸਾਰੇ ਨਿਰਉੱਤਰ ਹੋ ਨੀਵੀਆਂ ਪਾ ਬੈਠੇ ਅਤੇ ਪੜ੍ਹੇ ਲਿਖੇ ਨਿਰਉੱਤਰ ਹੋਣ ਕਾਰਨ ਕੁਝ ਨਮੋਸ਼ੀ ਵੀ ਆਈ। ਪੰਡਤ ਜੀ ਬੋਲੇ, ਤੁਸਾਂ ਹੀ ਸਮਝਾ ਦਿਓ। ਭਾਈ, ਤੋਲ ਧਰਮ ਹੀ ਹੈ ਜੋ ਦਇਆ ਤੋਂ ਪੈਦਾ ਹੁੰਦਾ ਹੈ। ਸੰਤੋਖ ਦੇ ਕਾਰਨ ਬੱਝਾ ਰਹਿੰਦਾ ਹੈ ਅਤੇ ਅਨੇਕਾਂ ਕਿਸਮਾਂ ਦੇ ਜੀਵ ਜੰਤ ਹਨ ਜਿਨ੍ਹਾਂ ਦਾ ਲੇਖਾ ਲਿਖਿਆ ਨਹੀਂ ਜਾਂਦਾ। ਲੇਖਾ ਲਿਖਦਿਆਂ ਕਿੰਨਾ ਵੱਧ ਜਾਂਦਾ ਹੈ। ਕਿਸੇ ਫੇਰ ਪੁੱਛ ਕੀਤੀ, ਤੁਸਾਂ ਜੋ ਇਹ ਆਖਿਆ ਇਨਸਾਨ ਅਨੇਕਾਂ ਕਿਸਮਾਂ ਦੇ ਹਨ, ਕੀ ਦੱਸ ਸਕਦੇ ਹੋ ਕਿੰਨੀਆਂ ਕੁ ਕਿਸਮਾਂ ਦੇ ਹਨ? ਭਾਈ, ਅਣਗਿਣਤ ਤਾਂ ਜਪ ਕਰਨ ਵਾਲੇ ਹਨ, ਅਣਗਿਣਤ ਹੀ ਭਾਉ ਕਰਨ ਵਾਲੇ, ਅਨੇਕਾਂ ਪੂਜਾ ਤੇ ਤਪ ਕਰਨ ਵਾਲੇ, ਬੇਅੰਤ ਹੀ ਮੂੰਹ ਜ਼ਬਾਨੀ ਵੇਦਾਂ ਅਤੇ ਵੱਡੇ ਵੱਡੇ ਗ੍ਰੰਥਾਂ ਦੇ ਪਾਠ ਕਰਨ ਵਾਲੇ ਹਨ। ਅਨੇਕਾਂ ਜੋਗ ਤੇ ਉਦਾਸੀਆਂ ਕਰਦੇ ਹਨ। ਅਨੇਕਾਂ ਭਗਤੀ ਅਤੇ ਆਪਣੇ ਗਿਆਨ ਨਾਲ ਉਹਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਹਨ। ਅਨੇਕਾਂ ਸੱਤ ਦੇ ਧਾਰਣੀ ਅਤੇ ਦਾਤੇ ਹਨ। ਬੇਅੰਤ ਸੂਰਮੇ ਜੰਗਾਂ ਯੁੱਧਾਂ ਵਿੱਚ ਘਾਉ ਖਾਣ ਵਾਲੇ ਹਨ। ਅਨੇਕਾਂ ਮੋਨ ਧਾਰੀ ਲਿਵ ਲਾਈ ਬੈਠੇ ਹਨ। ਉਸ ਦੀ ਕੁਦਰਤ ਵਿਚਾਰੀ ਨਹੀਂ ਜਾ ਸਕਦੀ। ਉਹ ਸਦਾ ਰਹਿਣ ਵਾਲਾ ਨਿਰੰਕਾਰ ਹੈ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਿਸੇ ਪੁੱਛ ਕੀਤੀ ਕਿ ਇਹਨਾਂ ਤੋਂ ਬਿਨਾਂ ਕੁਝ ਹੋਰ ਕਿਸਮ ਦੇ ਇਨਸਾਨ ਵੀ ਹਨ? ਹਾਂ, ਅਜਿਹੇ ਬੁਰੇ ਕਰਮ ਵਾਲੇ ਅਨੇਕਾਂ ਇਨਸਾਨ ਹਨ। ਜਿਵੇਂ ਬੇਅੰਤ ਮੂਰਖ ਅੰਧ ਘੋਰ ਹਨ, ਅਨੇਕਾਂ ਚੋਰ ਹਰਾਮਖੋਰ ਹਨ, ਅਨੇਕਾਂ ਜਨਤਾ ਦੇ ਹੁਕਮਰਾਨ ਧਿੰਗੋ ਜ਼ੋਰੀ ਕਰਨ ਵਾਲੇ ਹਨ, ਅਨੇਕਾਂ ਕਸਾਈ ਗਲੇ ਕੱਟ-ਕੱਟ ਹੱਤਿਆ ਕਰਨ ਵਾਲੇ ਹਨ, ਅਨੇਕਾਂ ਪਾਪੀ ਅਨੇਕਾਂ ਤਰ੍ਹਾਂ ਦੇ ਪਾਪ ਕਰਦੇ ਹਨ, ਬੇਅੰਤ ਝੂਠ ਬੋਲਣ ਵਾਲੇ ਝੂਠੇ ਪਏ ਫਿਰਦੇ ਹਨ, ਅਨੇਕਾਂ ਗੰਦ-ਮੰਦ ਖਾਣ ਵਾਲੇ ਬੇਅੰਤ ਨਿੰਦਕ ਨਿੰਦਿਆ ਕਰਕੇ ਬਿਨਾਂ ਵਜ੍ਹਾ ਬੁਰਿਆਈ ਦਾ ਭਾਰ ਸਿਰ ਚਾੜੀ ਫਿਰਦੇ ਹਨ। ਇਹ ਵਿਚਾਰ ਗੁਰੂ ਜੀ ਨੇ ਮੰਦੇ ਕਰਮ ਕਰਨ ਵਾਲਿਆਂ ਦੇ ਦਿੱਤੇ। ਤਾਂ ਕਿਸੇ ਪੁੱਛ ਕੀਤੀ ਕਿ ਜੋ ਵਿਚਾਰ ਆਪ ਜੀ ਨੇ ਚੰਗੇ ਮੰਦੇ ਦੇ ਦਿੱਤੇ ਹਨ, ਇਹਨਾਂ ਵਿੱਚ ਆਪ ਦੀ ਕਿਹੜੀ ਕਿਸਮ ਹੈ? ਮੇਰੀ? ਗੁਰੂ ਜੀ ਨੇ ਕਿਹਾ, ਮੇਰੀ ਕਿਸਮ ਤੇ ਭਾਈ ਇਹਨਾਂ ਵਿੱਚ ਨਹੀਂ ਹੈ।
ਤਾਂ ਫਿਰ ਅਜਿਹੀ ਕਿਹੜੀ ਕਿਸਮ ਹੈ ਜੋ ਬਾਕੀ ਰਹਿ ਗਈ? ਇਹ ਸਭ ਕੁਝ ਤਾਂ ਤੁਸਾਂ ਗਿਣ ਦਿੱਤਾ। ਗੁਰੂ ਜੀ ਉੱਤਰ ਦਿੱਤਾ, ਨਹੀਂ ਭਾਈ, ਮੇਰੀ ਕਿਸਮ ਇਹਨਾਂ ਵਿੱਚ ਨਹੀਂ ਆਈ, ਉਹ ਵੱਖਰੀ ਹੈ। ਮੈਂ ਤੇ ਇੱਕ ਨੀਚ ਹਾਂ ਜੋ ਇਹ ਵਿਚਾਰ ਆਪ ਤਾਈਂ ਕਹਿ ਰਿਹਾ ਹਾਂ। ਮੈਂ ਤੇ ਉਸ ਤੋਂ ਇੱਕ ਵੇਰ ਵੀ ਵਾਰਿਆ ਨਹੀਂ ਜਾ ਸਕਦਾ। ਉਹ ਤਾਂ ਸਦਾ ਹੀ ਸਲਾਮਤ ਹੈ, ਨਿਰੰਕਾਰ ਹੈ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਵਿਚਾਰ ਜਿਸ ਸਮੇਂ ਗੁਰੂ ਜੀ ਦੇ ਸੁਣੇ, ਸਾਰੇ ਹੈਰਾਨ ਹੋ ਗਏ ਕਿ ਕਿਸੇ ਨੂੰ ਨੀਚ ਆਖਦੇ ਤਾਂ ਸੁਣਿਆ ਸੀ, ਪਰੰਤੂ ਆਪਣੇ ਆਪ ਨੂੰ ਨੀਚ ਆਖਦਾ ਕਦੀ ਕਿਸੇ ਪਾਸੋਂ ਨਹੀਂ ਸੁਣਿਆ। ਐਡੇ ਉੱਚੇ ਵਿਚਾਰ ਦੇਣ ਵਾਲਾ ਗਿਆਨੀ ਜਾਂ ਸਿਆਣਾ ਆਪਣੇ ਆਪ ਨੂੰ ਨੀਚ ਕਹੇ, ਕਿੱਡੀ ਹੈਰਾਨੀ ਵਾਲੀ ਗੱਲ ਹੈ। ਇੰਨੀ ਨਿਮਰਤਾ ਦੇ ਬਚਨ ਜਦੋਂ ਸਾਰਿਆਂ ਨੇ ਸੁਣੇ, ਸਿਰ ਨਿਉ ਗਏ। ਹਰ ਇੱਕ ਦੀ ਜ਼ਬਾਨ ਤੋਂ ਧੰਨ ਧੰਨ ਦੀ ਆਵਾਜ਼ ਨਿਕਲੀ, ਧੰਨ ਹੋ ਮਹਾਰਾਜ, ਤੁਸੀਂ ਧੰਨ ਹੋ। ਸਮਾਂ ਕਾਫੀ ਬੀਤ ਚੁੱਕਾ ਸੀ। ਗੁਰੂ ਜੀ ਨੇ ਕੁਝ ਦਿਨ ਹੋਰ ਰਹਿ ਕੇ ਭਾਈ ਲਾਲੋ ਨਾਲ ਵਿਚਾਰ ਕੀਤੀ। ਕੁਝ ਲੰਬੇ ਸਫ਼ਰ ਦੀ ਤਿਆਰੀ ਦਾ ਪ੍ਰੋਗਰਾਮ ਬਣਾਇਆ ਤੇ ਨਾਲ ਭਾਈ ਲਾਲੋ ਨੇ ਬੇਨਤੀ ਕੀਤੀ, ਉਸ ਪਾਪ ਦੀ ਜੰਜ ਦੇ ਆਉਣ ਸਮੇਂ ਆਪ ਜੀ ਜ਼ਰੂਰ ਕਿਰਪਾ ਕਰਨੀ। ਇੱਥੇ ਕੁਝ ਸਮਾਂ ਪਹਿਲੇ ਹੀ ਆ ਜਾਣਾ। ਜੋ ਭਾਈ ਕਰਤੇ ਦਾ ਹੁਕਮ ਹੋਇਆ, ਅਸੀਂ ਉਸ ਸਮੇਂ ਪੁੱਜਾਂਗੇ। ਗੁਰੂ ਜੀ ਦੇ ਜਾਣ ਦਾ ਜਿਸ ਸਮੇਂ ਨਗਰ ਨਿਵਾਸੀਆਂ ਸੁਣਿਆ, ਜਿਹੜਾ ਵੀ ਸੁਣਦਾ ਦੌੜਾ ਆਉਂਦਾ। ਭੀੜ ਇਕੱਠੀ ਹੋ ਗਈ, ਸਾਰੇ ਹੀ ਹੱਥ ਜੋੜੀ ਖੜੇ ਹਨ। ਅੱਜ ਫੇਰ ਉਹੀ ਦਿਸ਼ਾ ਵਾਪਰੀ ਹੋਈ ਹੈ ਜੋ ਸੁਲਤਾਨਪੁਰ ਤੋਂ ਆਉਣ ਸਮੇਂ ਸੀ। ਕੌਣ ਜਾਣੇ ਦੁਨੀਆ ਦੇ ਦੁੱਖਾਂ ਦਾ ਭਾਰ ਗੁਰੂ ਜੀ ਦੇ ਹਿਰਦੇ ਤੇ ਕਿੰਨਾ ਹੈ। ਜਾਤਾਂ ਪਾਤਾਂ ਦੇ ਵਿਤਕਰੇ, ਉੱਚ ਨੀਚ ਦੀ ਅੱਗ, ਵਰਣਾ ਤੇ ਮਜ਼ਹਬਾਂ ਦੇ ਝਗੜੇ, ਇਹਨਾਂ ਬਾਰੇ ਦੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ ਹੀ ਦੱਸਿਆ ਜਾ ਸਕਦਾ ਸੀ। ਉਸ ਤੋਂ ਪਿੱਛੋਂ ਇੱਥੋਂ ਚਾਲੇ ਪਾਏ ਤੇ ਤਲਵੰਡੀ ਨਨਕਾਣਾ ਸਾਹਿਬ ਜਾ ਕੇ ਮਾਤਾ ਪਿਤਾ ਤਾਈਂ ਮਿਲ ਕੇ ਅਤੇ ਨਾਲ ਮਰਦਾਨੇ ਨੂੰ ਲੈ ਕੇ ਆਪ ਸੋਧਨ ਚੜਿਆ, ਧਰਤ ਲੁਕਾਈ। ਪਹਿਲਾਂ ਸੈਦਪੁਰ ਵਿਖੇ ਭਾਈ ਲਾਲੋ ਜੀ ਨਾਲ ਖਸਮ ਦੀ ਬਾਣੀ ਕਹਿ ਸੁਣਾਈ ਸੀ ਕਿ ਪਾਪ ਦੀ ਜੰਜ ਲੈ ਕੇ ਆਵੇਗਾ ਕਾਬਲ ਤੋਂ ਤੇ ਜੋਰੀ ਦਾਨ ਮੰਗੇਗਾ ਅਤੇ ਤਿੰਗੋ ਜੋਰੀ ਬਹੁ ਬੇਟੀਆਂ ਦੀ ਪੱਤ ਲੁੱਟੇਗਾ। ਘਰ ਘਰ ਵੈਣ ਪੈਣਗੇ, ਕਾਇਆ ਦਾ ਕਪੜਾ ਟੋਟੇ ਟੋਟੇ ਹੋਵੇਗਾ। ਇਹ ਭਾਈ ਲਾਲੋ ਨੇ ਸਾਰਿਆਂ ਤਾਈਂ ਆਖ ਦਿੱਤੀ ਅਤੇ ਇਸ ਦਾ ਚਿੰਤਾ ਫਿਕਰ ਛਾ ਗਿਆ। ਕੁਝ ਠੱਗ ਪੀਰ ਫਕੀਰ ਸਾਧ ਸੰਤਾਂ ਦਾ ਭੇਸ ਧਾਰਨ ਲੱਗੇ, ਜਨਤਾ ਤਾਈਂ ਲੁੱਟਣ ਲੱਗੇ, ਪਰਜਾ ਦਾ ਖੂਨ ਚੂਸਣ। ਕੋਈ ਆਖੇ ਮੈਂ ਅਜਿਹਾ ਜੰਤਰ ਤਿਆਰ ਕਰਾਂਗਾ, ਉਹ ਲੜ ਹੀ ਨਾ ਸਕਣਗੇ। ਕੋਈ ਆਖੇ ਮੈਨੂੰ ਇੰਨੀ ਸਮੱਗਰੀ ਚਾਹੀਦੀ ਹੈ, ਮੈਂ ਮੰਤਰ ਪੜਾਂਗਾ। ਕੋਈ ਆਖੇ ਉਹ ਅੰਨੇ ਹੋ ਜਾਣਗੇ, ਕੁਝ ਦਿਸੇਗਾ ਹੀ ਨਹੀਂ ਉਹਨਾਂ ਤਾਈਂ। ਸਮਾਂ ਬੀਤਦਾ ਗਿਆ। ਇਤਿਹਾਸਕਾਰਾਂ ਦੇ ਵਿਚਾਰ ਨਾਲ ਕਰੀਬ 6-7 ਸਾਲ ਬੀਤ ਗਏ। ਉਹ ਸਮਾਂ ਆਣ ਪਹੁੰਚਾ। ਪਾਪ ਦੀ ਜੰਜ ਦੇ ਆਉਣ ਦਾ ਦਿੱਤਾ ਹੋਇਆ ਬਚਨ ਭਾਈ ਲਾਲੋ ਨੂੰ ਕਿਵੇਂ ਭੁੱਲ ਸਕਦੇ ਹਨ। ਭਾਈ ਮਰਦਾਨੇ ਨੂੰ ਆਖਿਆ, ਭਾਈ ਮਰਦਾਨਾ, ਸਮਾਂ ਨੇੜੇ ਆਣ ਪੁੱਜਾ, ਆਪਾਂ ਸੈਦਪੁਰ ਪੁੱਜਣਾ ਹੈ। ਭਾਈ ਲਾਲੋ ਉਡੀਕ ਕਰ ਰਿਹਾ। ਇੱਧਰ ਸੈਦਪੁਰ ਵਿੱਚ ਵੀ ਆਮ ਲੋਕੀ ਪੀਰਾਂ ਫਕੀਰਾਂ ਨੂੰ ਮੰਨੀ ਜਾਂਦੇ ਹਨ। ਆਪਣੀ ਐਸ਼ ਇਸ਼ਰਤ ਵਿੱਚ ਕੋਈ ਫਰਕ ਨਹੀਂ। ਉਸੇ ਤਰ੍ਹਾਂ ਸਿਰਾਂ ਦੇ ਵਾਲਾਂ ਨੂੰ ਸੋਹਣੀ ਤਰ੍ਹਾਂ ਗੁੰਦਿਆ ਜਾਂਦਾ, ਪੱਟੀਆਂ ਬਣਾਈਆਂ ਜਾਂਦੀਆਂ, ਸੁਹਾਗ ਦੇ ਸਿੰਦੂਰ ਪਾਏ ਜਾਂਦੇ। ਮਹਿਲਾ ਅੰਦਰ ਵਸ ਰਹੀਆਂ ਹਨ। ਇੱਕ ਬੈਠਿਆਂ ਬਿਠਾਇਆਂ ਨੂੰ ਲੱਖਾਂ ਰੁਪਏ ਝੋਲੀ ਪੈਂਦੇ ਹਨ, ਇੱਕ ਖੜਿਆਂ ਹੀ ਲੱਖਾਂ ਖਰਚ ਕਰ ਦਿੰਦੀਆਂ ਹਨ। ਗਲਾਂ ਵਿੱਚ ਅਨਮੋਲ ਮੋਤੀਆਂ ਦੇ ਹਾਰ ਪਾਈ ਫਿਰਦੀਆਂ ਹਨ। ਤਨ ਅਤੇ ਜੋਬਨ ਵਿੱਚ ਮਸਤ,
ਰੱਬ ਚੇਤੇ ਨਹੀਂ, ਨਾ ਹੀ ਸ਼ਾਹਾਂ ਨੂੰ ਰੱਬ ਚੇਤੇ ਹੈ, ਅਤੇ ਨਾ ਪੰਡਤਾਂ, ਮੁੱਲਾਂ, ਕਾਜ਼ੀਆਂ ਨੂੰ। ਬੜੇ ਬੜੇ ਘੋੜਿਆਂ ਦੇ ਤਬੇਲ ਅਤੇ ਰੱਥਾਂ ਦੀਆਂ ਸਵਾਰੀਆਂ ਸ਼ਹਿਨਾਈਆਂ ਵੱਜ ਰਹੀਆਂ ਹਨ। ਆਦਮ ਕੱਦ ਸ਼ੀਸ਼ੇ ਮੂੰਹ ਦੇਖਣ ਨੂੰ ਹਨ। ਸੋਹਣੇ ਹਾਰ ਸ਼ਿੰਗਾਰ ਲਾਈ ਕਾਮਣੀਆਂ, ਜਿਨ੍ਹਾਂ ਨੂੰ ਦੇਖਦਿਆਂ ਸਾਰੀ ਸਾਰੀ ਰਾਤ ਨੀਂਦ ਨਹੀਂ ਪੈਂਦੀ। ਰਾਮ ਅਤੇ ਖੁਦਾ ਦਾ ਨਾਮ ਚੇਤੇ ਆਉਂਦਾ ਨਹੀਂ। ਗੁਰੂ ਦੇ ਆਖਣ ਤੇ ਵੀ ਕੋਈ ਪਰਵਾਹ ਨਾ ਕੀਤੀ। ਕੁਝ ਵਿਚਾਰਵਾਨ ਭਾਈ ਲਾਲੋ ਦੀ ਸੰਗਤ ਦਾ ਲਾਭ ਲੈਂਦੇ ਹਨ। ਉਹ ਰਾਮ ਨਾਮ ਦਾ ਚੇਤਨ ਕਰਦੇ ਹਨ। ਗੁਰੂ ਜੀ ਵਾਪਸ ਸੈਦਪੁਰ ਆ ਗਏ। ਜਿਸ ਸਮੇਂ ਗੁਰੂ ਜੀ ਨਗਰ ਨਿਵਾਸੀਆਂ ਤਾਈਂ ਦੇਖਦੇ ਹਨ, ਮਨ ਵਿੱਚ ਵਿਚਾਰ ਕਰਦੇ ਹਨ ਕਿ ਇਹਨਾਂ ਲੋਕਾਂ ਦੀ ਕੈਸੀ ਬਿਰਤੀ ਹੈ। ਇਹ ਸਮਝਾਇਆ ਵੀ ਨਹੀਂ ਸਮਝੇ। ਜੇ ਕਦੀ ਇਹ ਉਸ ਪਰਮਾਤਮਾ ਨਾਲ ਜੁੜ ਜਾਂਦੇ, ਇਹ ਨਿਰਭੈ ਹੋ ਉਸ ਨਾਲ ਮੁਕਾਬਲਾ ਕਰਨ ਦੇ ਸਮਰਥ ਹੋ ਸਕਦੇ ਸਨ। ਇਸ ਤੋਂ ਉਲਟਾ ਪੀਰਾਂ ਫਕੀਰਾਂ ਤੇ ਹੀ ਭਰੋਸਾ ਕਰੀ ਬੈਠੇ ਹਨ। ਕੀ ਹੋਵੇਗਾ? ਭਾਈ ਲਾਲੋ, ਮੈਂ ਤੇ ਪਹਿਲੇ ਖਸਮ ਦੀ ਬਾਣੀ ਐਸੇ ਕਰਕੇ ਹੀ ਦੱਸੀ ਸੀ ਕਿ ਇਹ ਐਸ਼ ਇਸ਼ਰਤ ਨੂੰ ਤਿਆਗ ਦਿੰਦੇ ਅਤੇ ਆਉਣ ਵਾਲੇ ਸਮੇਂ ਲਈ ਤਿਆਰੀ ਕਰਦੇ, ਰਾਮ ਨੂੰ ਚੇਤੇ ਕਰਦੇ। ਮਹਾਰਾਜ, ਇਹ ਜੋ ਪਾਪਾਂ ਨਾਲ ਕੀਤੀ ਹੋਈ ਇਕੱਠੀ ਮਾਇਆ ਨੇ ਇਹਨਾਂ ਦੀ ਬੁੱਧੀ ਭ੍ਰਸ਼ਟ ਕੀਤੀ ਹੋਈ ਹੈ। ਇਹ ਕਦੀ ਸਤਸੰਗ ਵਿੱਚ ਆਏ ਹੀ ਨਹੀਂ। ਇਹ ਪਾਪਾਂ ਨਾਲ ਇਕੱਠੀ ਕੀਤੀ ਮਾਇਆ ਨਾਲ ਤੇ ਜਾਣੀ ਨਹੀਂ। ਇਸ ਵਿੱਚ ਗਲਤਾਨ ਹੋ ਆਪਣਾ ਮਨੁੱਖੀ ਜੀਵਨ ਗਵਾ ਰਹੇ ਹਨ ਅਤੇ ਇਹ ਰੋਣਗੇ, ਕੁਰਲਾਉਣਗੇ। ਉਸ ਸਮੇਂ ਸਮਾਂ ਬੀਤ ਚੁੱਕਾ ਹੋਵੇਗਾ।